आरटीआई के थ्रू कई इंक्वायरियाँ मांगी हैं गुलाटा से। आज तक गुलाटा ने कोई इंक्वायरी प्रॉपर सही जवाब नहीं देते। ये देखो पहले आरटीआई असी मांगी थी गुलाटा के जोड़े दुगरी फेज़ 2 में फ्लैट बने हुए हैं। फ्लैट का असी महकमे से मांगा गया, पहली डेट है साड़ी फ्लैट की डेट मांगी गई 26/4/21 को। इन्हें महकमे ने कोई जवाब नहीं दिता। सब रिमांडर पाया गया 28/5 को, फिर कोई जवाब नहीं दिता। एक बार इनके फिर अपील पाई गई, अपील का जवाब कोई नहीं देंगे हाले तक। ये महकमा जवाब देता है 504 फ्लैट हैंगे। देखो ये प्रॉपर महकमे ने जवाब दिता है, ना कि असी जवाब दिता। कहते 504 फ्लैट है, 490 अलाटमेंट कर दिए, बाकी फ्लैट वाले 14 पे महकमे को। एक तो महकमे ने ये प्रॉपर जवाब नहीं दिता। ये दुकानें कितनी बनी हुई हैं जी फेज़ 2 में मेन मार्केट में बनी हुई। सत श्री अकाल दोस्तों, मैं संदीप शर्मा इस वेले की वड्डी अपडेट नाल एक बार फिर तुहाडे नाल रूबरू हो रहा। पर अज वड्डी अपडेट तो पहला एक शेर याद आ रहा गालिब साहब का। ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਮਰਜ਼ बढ़ता गया जू जू हमने दवा की। जी हाँ, ਇਹ शेर पढ़न ਦਾ ਇੱਕ ਖਾਸ ਮਕਸਦ ਸੀਗਾ ਕਿ ਗਾਲਿਬ ਸਾਹਿਬ ਨੇ ਇਹਦੇ ਵਿੱਚ ਜਿੱਦਾਂ ਇੱਕ ਜ਼ਿਕਰ ਕੀਤਾ ਹੈਗਾ ਕਿ ਜਿੱਦਾਂ ਜਿੱਦਾਂ ਅਸੀਂ ਦਵਾਈ ਲੈਂਦੇ ਰਹੇ ਉੱਦਾਂ ਉੱਦਾਂ ਜਿਹੜਾ ਦਰਦ ਵੱਧਦਾ ਗਿਆ ਜਾਂ ਮਰਜ਼ ਵੱਧਦਾ ਹੋਇਆ, ਬਿਮਾਰੀ ਵੱਧਦੀ ਗਈ। ਸੋ ਇਹੀ ਇੱਕ ਬਿਮਾਰੀ ਜਿਹੜੀ ਹੈਗੀ ਹੈ ਲੁਧਿਆਣਾ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਲੁਧਿਆਣਾ तो ਅਸੀਂ ਗੱਲ ਕਰ ਰਹੇ। ਸੋ ਅਸੀਂ ਲੁਧਿਆਣਾ ਦੇ ਐਗਜ਼ਾਮਪਲ ਦੇ ਰਹੇ ਹਾਂ। ਹਾਲਾਂਕਿ ਇਹ ਜਿਹੜੀ ਬਿਮਾਰੀ ਹੈਗੀ ਇਹ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਫੈਲੀ ਹੋਈ ਹੈ। ਫਿਲਹਾਲ ਅੱਜ ਦੀ ਗੱਲਬਾਤ ਕਰਾਂਗੇ ਤਾਂ ਲੁਧਿਆਣਾ ਦੇ ਸਰਕਾਰੀ ਵਿਭਾਗਾਂ 'ਚ ਫੈਲੇ ਜਿਹੜੇ ਭ੍ਰਿਸ਼ਟਾਚਾਰ ਦੇ ਉੱਪਰ ਇਹ ਜਿਹੜੇ ਗਾਲਿਬ ਸਾਹਿਬ ਦਾ ਇਹ ਸ਼ੇਰ ਹੈ ਇਹ ਬਿਲਕੁਲ ਐਪਰੋਪਰੀਏਟ ਜਾਂ ਇੱਕ ਤਰ੍ਹਾਂ ਦਾ ਫਿੱਟ ਬੈਠ ਰਿਹਾ ਹੈ। ਯਾਦ ਕਰਾਈਏ ਤਾਂ ਸਭ ਤੋਂ ਪਹਿਲਾਂ ਨਗਰ ਨਿਗਮ ਲੁਧਿਆਣਾ ਜਦੋਂ ਬਣਿਆ ਸੀਗਾ ਸ਼ਹਿਰ ਦੇ ਵਿਕਾਸ ਲਈ, ਡਿਵੈਲਪਮੈਂਟ ਲਈ, ਤੇ ਉਹਦੇ ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ। ਭ੍ਰਿਸ਼ਟਾਚਾਰ ਦੇ ਆਰੋਪ ਲੱਗਣ ਤੋਂ ਬਾਅਦ ਉਹ ਵਿਵਾਦਾਂ 'ਚ ਆ ਗਿਆ। ਸੋ ਉਹਨੂੰ ਇੱਕ ਹੋਰ ਉਹਦੀ ਇੱਕ ਸਬਸਿਡੀ ਬਣਾਈ ਗਈ LIT ਲੁਧਿਆਣਾ ਇੰਪਰੂਵਮੈਂਟ ਟਰਸਟ ਕਿ ਚਲੋ ਵਿਕਾਸ ਉਹ ਕਰੇਗਾ ਤੇ ਜਿਹੜਾ ਹੈਗਾ ਨਗਰ ਨਿਗਮ ਦੀ ਛਵੀ ਧੁਮਿਲ ਹੋ ਚੁੱਕੀ ਹੈ ਤੇ ਹੁਣ ਇਹਦੇ ਅੰਡਰ ਕੰਮ ਕੀਤਾ ਜਾਏ। ਸੋ ਨਗਰ ਨਿਗਮ ਜਿਹੜਾ ਲੁਧਿਆਣਾ ਕਾਰਪੋਰੇਸ਼ਨ ਹੈਗਾ ਉਹਦੇ ਤੇ ਛਵੀ ਵੀ ਦਾਗਦਾਰ ਹੋ ਗਈ। ਜਦੋਂ ਦਾਗਦਾਰ ਹੋਈ ਤਾਂ ਫਿਰ ਇੱਕ ਹੋਰ ਨਵਾਂ ਸਿਸਟਮ ਅਡੋਪਟ ਕੀਤਾ ਗਿਆ, ਉਸ 'ਚ ਬਣਾਇਆ ਗਿਆ ਗਲਾਡਾ। ਜੀ ਹਾਂ, ਗਲਾਡਾ। पर हुण गलाडा भी जिहड़ी हैगी है वो भी जिहड़ी कह लो कि वो भी भ्रष्टाचार के अंडर आ चुकी है, वो भी भ्रष्टाचार तो जिहड़ा बाहर नहीं रह रही। सो ये सारे मामले दे विच एक अज उदों मामला सामने आया जदों RTI एक्टिविस्ट वालों एक RTI समाज सेवा सुसाइटी ਦੇ ਇੱਕ RTI ਐਕਟਿਵਿਸਟ ਜਿਹੜੀ ਇੱਕ ਸੰਸਥਾ ਹੈਗੀ ਹੈ ਜਿਹੜੇ ਕੰਮ ਕਰ ਰਹੀ ਹੈ ਐਜ਼ ਏ ਸਮਾਜ ਸੇਵਾ ਦੇ ਸੁਧਾਰ ਲਈ, ਸਮਾਜ ਸੇਵਾ ਲਈ ਕੰਮ ਕਰ ਰਹੀ ਹੈ, ਉਹਨਾਂ ਦੇ ਪ੍ਰਵਕਤਾ ਵੱਲੋਂ ਉਹਨਾਂ ਦੇ ਪਦਾਧਿਕਾਰੀਆਂ ਵੱਲੋਂ ਆਰੋਪ ਲਗਾਏ ਗਏ ਹੈ ਕਿ ਜਿਹੜੀ ਗਲਾਡਾ ਹੈ ਉਹ ਵੀ ਹੁਣ ਪੂਰੀ ਤਰ੍ਹਾਂ ਕਾਰਪੋਰੇਸ਼ਨ ਤੇ LIT ਦੀ ਜਿਹੜੀ ਉਸ 'ਤੇ ਰਾਹ 'ਤੇ ਚੱਲ ਪਈ ਹੈ ਔਰ ਉਹਦੇ 'ਤੇ ਵੀ ਪੂਰੇ ਭ੍ਰਿਸ਼ਟਾਚਾਰ ਦੇ ਆਰੋਪ ਲੱਗ ਰਹੇ ਹੈਗੇ ਆ। ਕਿਹਾ ਜਾ ਰਿਹਾ ਕਿ ਡੁਗਰੀ, ਜੀ ਹਾਂ, ਡੁਗਰੀ ਫੇਜ਼ 2 ਮਾਰਕੀਟ ਦੇ ਵਿੱਚ ਸਰੇਆਮ ਦੁਕਾਨਾਂ ਦੇ ਵਿੱਚ ਫਲੈਟ ਜਿਹੜੇ ਬਣੇ ਆ, ਸਰਕਾਰੀ ਫਲੈਟ ਬਣੇ ਹੋਏ ਹੈ ਗਲਾਡਾ ਦੇ। ਉਹ ਗਲਾਡਾ ਦੇ ਫਲੈਟਾਂ ਦੇ ਵਿੱਚੋਂ ਪਹਿਲਾਂ ਤਾਂ ਬਹੁਤ ਸਾਰੇ ਜਿਵੇਂ ਫਲੈਟਾਂ ਦੇ ਵਿੱਚੋਂ 14 ਤੋਂ 15 ਫਲੈਟਾਂ ਦਾ ਅਤਾ ਪਤਾ ਹੀ ਨਹੀਂ ਲੱਗ ਰਿਹਾ। ਇਸ ਬਾਰੇ 'ਚ RTI ਪਾਈ ਗਈ। RTI ਤੋਂ ਬਾਅਦ ਅਪੀਲ ਕੀਤੀ ਗਈ, ਪਰ ਜਿਹੜੇ ਗਲਾਡਾ ਦੇ ਅਧਿਕਾਰੀ ਹੈ ਉਹ ਪਤਾ ਨਹੀਂ ਕਿਹੜੇ ਬਾਹੂਬਲੀ ਨੇਤਾਵਾਂ 'ਤੇ ਜਾਂ ਬਾਹੂਬਲੀ ਅਫਸਰਸ਼ਾਹੀ ਹੈਗੀ ਹੈ ਜਾਂ ਬਾਹੂਬਲੀ ਕਿਹਦਾ, ਉਹਨਾਂ ਨੂੰ ਕਿਹੜੇ ਬਾਹੂਬਲੀਆਂ ਦਾ ਸੰਰਕਸ਼ਣ ਪ੍ਰਾਪਤ ਹੈਗਾ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਔਰ ਉਹ RTI ਐਕਟਿਵਿਸਟ ਔਰ ਖਾਸ ਕਰਕੇ RTI ਐਕਟ ਜਿਹੜਾ ਕਿ ਇਨਫੋਰਮੇਸ਼ਨ ਲਈ ਜਿਹੜਾ ਹੈਗਾ ਬਣਾਇਆ ਗਿਆ ਸੀ ਖੁਦ ਸਰਕਾਰ ਵੱਲੋਂ, ਉਹਦੀ ਵੀ ਕੋਈ ਪਰਵਾਹ ਨਹੀਂ ਕਰ ਰਹੇ ਔਰ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਬੇਖੌਫ ਉਹ ਉਹਦੇ ਨਿਯਮਾਂ ਦੀ ਧੱਜੀਆਂ ਉਡਾ ਰਿਹਾ ਔਰ ਕੋਈ ਵੀ ਇਨਫੋਰਮੇਸ਼ਨ ਸਾਂਝਾ नहीं ਕੀਤੀ ਜਾ ਰਹੀ। RTI सर साडा मुद्दा यह है गुलाटा के खिलाफ अभी RTI पाने रहने जानकारी लेने से। साड़ी सोसाइटी है समाज सेवा सोसाइटी, उसके प्रधान है संजय तिवारी। ठीक है, सोसाइटी वालों कई इंक्वायरियाँ मांगती हैं RTI के थ्रू कई इंक्वायरियाँ मांगी हैं गुलाटा से। आज तक गुलाटा ने कोई इंक्वायरी प्रॉपर सही जवाब नहीं देते। ये देखो पहले RTI असी मांगी थी गुलाटा के जोड़े दुगरी फेज़ 2 में फ्लैट बने हुए हैं। फ्लैट का असी महकमे से मांगा गया, पहली डेट है साड़ी ये दिखाने तुहानू, ये फ्लैट की डेट मांगी गई 26/4/21 को। इन्हें महकमे ने कोई जवाब नहीं दिता सानू। दूजी डेट में फिर रिमांडर पाया गया 28/5 को, फिर कोई जवाब नहीं दिता। एक बार इनके फिर अपील पाई गई, अपील का जवाब कोई नहीं देंगे हाले तक। ये महकमा जवाब देता है 504 फ्लैट हैंगे। देखो ये प्रॉपर महकमे ने जवाब दिता है,
ना कि ਅਸੀਂ ਜਵਾਬ ਦਿੱਤਾ। कहते 504 फ्लैट है, 490 अलाटमेंट कर दिए, बाकी फ्लैट वाले 14 पे महकमे को। एक तो महकमे ने ये प्रॉपर जवाब नहीं देता ये दुकानें कितनी बनी हुई हैं जी फेज़ 2 में मेन मार्केट में बनी हुई, फ्लैट पर गैर कानूनी दुकानें बनी हुई हैं। महकमा कहता जी साड़ी जानकारी भी नहीं, इधर लिख के दे दो उधर लिख के दे दो। इसकी साड़ी हले तक इंक्वायरी भी चल रही है, इंक्वायरी में कोई प्रॉपर साबित नहीं हुआ। बालिया जी के खिलाफ बाकायदा मुख्यमंत्री साहब ने भी ऐसी कंप्लेंट दी थी, कंप्लेंट मार्क होकर इधर आई है लुधियाने। लुधियाने ACA साहब इसको डील कर रहे हैं, पहले ADC संदीप जी डील कर रहे हैं, उनका तबादला हो गया, बदली हो गई, उसके बाद ACC साहब डील कर रहे हैं इसको। ऐसे बाद ये 504 फ्लैटों के बाद इसकी फिर RTI पाई गई भाई किन्ने फ्लैट है, 14 फ्लैट ਜਿਹੜੇ बचे वो किनके कोल है, महकमे को कोल है किसके कोल, लेकिन हाले तक उसकी भी जानकारी सानू नहीं दी जा रही है। अधिकारी को मिल चुके हो एक दुकानों के गैर कानूनी का सर मैं पहले संदीप साहब ने मिले थे ਜਿਹੜੇ ADC हैं, मौके पर इस वक्त रहेंगे लेकिन उनकी बदली हो गई। उसके बाद ਅਸੀਂ ACA साहब ने भी मिल के आए पिछले महीने, इसी महीने ठीक है। वो कहते सानू लिख के दो किन किन की दुकानें बनी, असी प्रॉपर की गुंडागर्दी के राज्य में ये काम करिए कि अपने दुश्मन बनाइए लोगों ने, ये महकमे का काम है कि साडा काम है। अगले कहने मैंने लिख के दे दो किन की दुकानें, असी लिख के दे रहे हैं वो साडे दुश्मन बन जाते। कई महकमे के अधिकारी इदा भी है जो उन लोगों ने फोन करते थे, मेरे को होके गए बंदे कहते तुम साढ़े खिलाफ कंप्लेंट क्यों पा रहे हो, इस चीज़ का साढ़े को प्रूफ भी है। अधिकारी उनको उन दुकानदारों ने फोन करते RTI कहते हैं ये बंदा तो खिलाफ RTI बारे है, RTI की लीक करके फिर उन बंदे आ जाते साढ़े को कहता तुम मेरे खिलाफ क्यों दे रहे हो, फिर मार्केट ने तो की बिगाड़ा है। मेरी थर्ड अपील कर लेता जवाब अपील आई है, देखो जी रिमांडर भी पा दिया, अपील भी पा दिया, अपील का जवाब ही नहीं। 22 तारीख में अपील खत्म हो गई है, खत्म हो गई है नहीं 22 नवंबर सॉरी 22 अपील खत्म हो गई। पहले तो RTI पाई, RTI के बाद फिर रिमांडर होता है, रिमांडर भी असी पाया हुआ है, रिमांडर के बाद अपील है, अपील भी पाई हुई है, लेकिन हाले तक साडा कोई जवाब नहीं अपील का। 22 तारीख में अपील भी पाई गई, इसके बाद असी चंडीगढ़ पाएंगे, चंडीगढ़ भी नहीं जवाब होगा, फिर दिल्ली पाई जाएगी। इसके बाद अभी भी लगातार दुकानें सर बराबर बन रही हैं, दुकानें बिक भी रही हैं, रीसेल भी हो रही है, रीसेल के बाद भी कोई जानकारी नहीं है। सर इसके ऊपर सिर्फ पैसा है और कोई काम नहीं है, पैसा दे दो तुसी जो मर्जी करी जाओ। तो मंदिर में भ्रष्टाचार बढ़ गया, भ्रष्टाचार बढ़ा हुआ है जी, कोई सुनाई नहीं, किसी की कोई सुनाई है नहीं जी, जो पैसे की दम पर जो मर्जी करा लो तुसी जी जी जी, कोई कार्रवाई नहीं, कोई कुछ नहीं है। अभी महकमे तो कहते हैं देखो जी इसके ऊपर सख्त से सख्त कार्रवाई होनी चाहिए। गुलाडा महकमे कहते जी, गुलाडा महकमे के अंडर ही जो आएगा गुलाडे महकमे ने वो कहने इन्हें फ्लैट बेचे हुए है, 504 फ्लैट में 490 बेच दिए, 14 फ्लैट सानू जे तो दसा जाए फ्लैट है कितने, 14 फ्लैट महकमे के बंदे बैठे हुए हैं, महकमे के बंदे बैठे नहीं तो महकमे ने किसी ने गलत लीगल किराया ले रहे होंगे, सानू दसे जे ना, नहीं तो 14 फ्लैट है कितने है जी। महकमा खुद कहता 14 फ्लैट है, महकमे ने खुद किया है ना, साढ़े को 14 फ्लैट रहते असी आइडेंटिफाई किया उधर फ्लैट है ही नहीं 14 खाली, ये LIG फ्लैट है जी फेज़ 2 में, नहीं दुगरी फेज़ 2 में जो थाने के कोल में रोड है। हाँ जी 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 वो सारी दुकानें गैर कानूनी है जी, गैर कानूनी। अगर कोई कह दे कि उसका कानूनी है, फिर ये नाल जी कट्टी है पार्किंग, वो क्यों कट्टी महकमे ने जी नवी पार्किंग कट्टी है, पार्किंग में अलाटमेंट होनी है, अलाटमेंट तो हुई नहीं, 2 दुकानें प्रॉपर बंद हो गई हैं, उसकी भी महकमे ने रिटर्न में असी दिता, उसकी भी कोई हाले तक इंक्वायरी नहीं है। लगातार ये बाईपास पे भी दुकानें खोल रही है गैर कानूनी बनती पई है सारी, कोई सुनाई नहीं, कोई सुनाई किसी की नहीं सुनाई जी। पिछले हफ्ते मैं 1 महीना पहला तकरीबन ज्वाइन किया इत्थे, तो पिछले हफ्ते मेरे को मिस्टर संजय तिवारी जिहड़े ने वो पेश होए सी रिगार्डिंग एक कंप्लेंट हैगी सी, उन्होंने मिस्टर बलजीत सिंह वालिया EO जिहड़े हुण रिटायर हो चुके हैं, उन्होंने दे खिलाफ शिकायत सी कि वो ते होर कोई स्टाफ जिहड़े आ थल्ले दा स्टाफ जिहड़ा वो मिलीभुत करके कमर्शियल जिहड़ियां और डेवलपमेंट्स करवा रहे हैं। उन्होंने को स्पैसीफिकली मैं उस दिन इन राइटिंग ही उन्होंने को इंफॉर्मेशन ले ली सी कि जिहड़ी तुसीं खास तौर पर किहड़ी बिल्डिंगां की कंप्लेंट कर रहे हो, उन्होंने मैनूं लिख के दे दिता। वो ਜਿਹੜੇ EO ਹੁਣ ਸਾਡੇ ਨਵੇਂ EO ਆਏ ਨੇ ਮਿਸਟਰ ਪ੍ਰੀਤਿੰਦਰ ਸਿੰਘ ਬੈਂਸ ਪੀਸੀਐਸ ਆਫਿਸਰ ਨੇ, ਉਹਨਾਂ ਨੂੰ ਅਸੀਂ ਇਮੀਡੀਏਟਲੀ ਉਹ ਸਾਰੀ ਵੈਰੀਫਿਕੇਸ਼ਨ ਕਰਨ ਦੇ ਲਈ ਕੇਸ ਭੇਜ ਦਿੱਤਾ, ਤਾਂ ਕਿ ਸਾਰੀਆਂ ਜਿਹੜੀਆਂ ਬਿਲਡਿੰਗਸ ਹੈਗੀਆਂ ਕਿਦੋਂ ਬਣੀਆਂ ਔਰ ਕਿਸ ਅਧਿਕਾਰੀ ਦੇ ਟਾਈਮ ਤੇ ਬਣੀਆਂ, ਉਹ ਸਾਰਾ ਕੁਝ ਵੈਰੀਫਾਈ ਕਰਕੇ ਸਾਨੂੰ ਰਿਪੋਰਟ ਦੇਣਗੇ, ਤੇ ਮੈਂ ਇਸ ਰਿਪੋਰਟ ਨੂੰ ਛੇਤੀ ਫੋਲੋ ਅਪ ਕਰਕੇ ਇਹਦਾ ਜਵਾਬ ਜਿਹੜਾ ਹੈ ਉਹ ਮਿਸਟਰ ਸੰਜੇ ਤਿਵਾਰੀ ਨੂੰ ਦੇਵਾਂਗੇ ਔਰ ਐਕਸ਼ਨ ਵੀ ਕਰਾਂਗੇ।
ਇਨਫੋਰਮੇਸ਼ਨ ਦੇ ਕੇ ਹੁੰਦੀ ਆ ਜਿਹੜਾ ਬੰਦਾ ਇਲੀਗਲ ਕੰਮ ਕਰ ਰਿਹਾ ਉਹ ਤੱਕ ਗੱਲ ਸੁਣਨ ਦੀ ਸਾਹਮਣੇ ਬੰਦੇ ਨੇ ਕੰਪਲੇਂਟ ਕੀਤੀ। ਦੇਖੋ ਕੰਪਲੇਂਟ ਜਿਹੜੀ ਲੀਕੇਜ ਦੀ ਗੱਲ ਹੈ ਉਹ ਇਸ ਤਰ੍ਹਾਂ ਹੈ ਕਿ ਜਦੋਂ ਕੰਪਲੇਂਟ ਕੋਈ ਆਉਂਦੀ ਹੈ ਤੇ ਜਦੋਂ ਵੀ ਸਾਡਾ ਕੋਈ ਕਰਮਚਾਰੀ ਜਿਹੜਾ ਉਸ ਸਾਈਟ ਦੇ ਉੱਤੇ ਜਾਂ ਉਸ ਜਗ੍ਹਾ ਨੂੰ ਚੈੱਕ ਕਰਨ ਜਾਂਦਾ, ਐਕਸ਼ਨ ਕਰਨ ਜਾਂਦਾ ਹੈ, ਤਾਂ ਨੈਚੁਰਲੀ ਜਿਹੜਾ ਬੰਦਾ ਉੱਥੋਂ ਦਾ ਮਾਲਕ ਹੁੰਦਾ ਹੈ ਜਾਂ ਉਹ ਕੰਪਲੇਨੈਂਟ ਬਾਰੇ ਜ਼ਰੂਰ ਪੁੱਛਦਾ ਹੈ ਕਿ ਜੀ ਤੁਸੀਂ ਕਿਸ ਤਰ੍ਹਾਂ ਆਏ ਸਾਡੇ ਇੱਥੇ ਇਸ ਪ੍ਰੈਮਿਸਿਸ ਦੇ ਉੱਤੇ, ਤੇ ਸਾਨੂੰ ਦੱਸਣਾ ਵੀ ਉਹਨਾਂ ਨੂੰ ਪੈਂਦਾ ਹੈ ਕਿ ਜਿਹੜੀ ਤੁਹਾਡੀ ਕੰਪਲੇਂਟ ਆਈ ਹੈ। ਸੋ ਨੋ ਡਾਊਟ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਸਟਾਫ ਨੂੰ ਕਿ ਉਹਨਾਂ ਦਾ ਮੋਬਾਈਲ ਨੰਬਰ ਜਾਂ ਉਹਦੀ ਜਿਹੜੀ ਪ੍ਰਾਈਵੇਸੀ ਉਹ ਮੇਨਟੇਨ ਕਰਨ ਕੰਪਲੇਨੈਂਟ ਦੀ। ਜਦੋਂ ਇੱਥੇ ਦੋਵਾਂ ਧਿਰਾਂ ਨੂੰ ਸੁਣਿਆ ਜਾਣਾ ਉਸ ਵੇਲੇ ਜ਼ਰੂਰ ਬੰਦੇ ਦਾ ਪਤਾ ਲੱਗ ਜਾਵੇ ਕੌਣ ਕਿਹਨੇ ਕੰਪਲੇਂਟ ਕੀਤੀ, ਪਰ ਉਸ ਤੋਂ ਪਹਿਲਾਂ ਜਿਹੜੀ ਰਿਪੋਰਟਿੰਗ ਹੋਣੀ ਆ ਉਸ ਟਾਈਮ ਦੇ ਉੱਤੇ ਇਹ ਜਿਹੜਾ ਹੈ ਕੰਸੀਲ ਹੋਵੇ, ਕੌਨਫੀਡੈਂਸ਼ੀਅਲਿਟੀ ਮੇਨਟੇਨ ਕੀਤੀ ਜਾਵੇ। ਸਰ ਇੱਕ ਜਾਣਕਾਰੀ ਦੇ ਲਈ ਸਵਾਲ ਹੈ, ਗਲਾਡਾ ਸਿਰਫ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰ ਸਕਦਾ ਜਾਂ ਕੰਪਲੇਂਟਰ ਦਾ ਹੋਣਾ ਜਿਹੜਾ ਜ਼ਰੂਰੀ ਹੈ? ਨਹੀਂ ਜੀ, ਬਿਲਕੁਲ ਸੂਓ ਮੋਟੋ ਜਿਹੜੀ ਸਾਡੀ ਡਿਊਟੀ ਹੈਗੀ ਆ, ਜੇ ਅਸੀਂ ਗਲਾਡਾ ਦੇ ਵਿੱਚ ਕੰਮ ਕਰ ਰਹੇ ਹਾਂ, ਅੱਜ ਅਸੀਂ ਲੋਕਾਂ ਦੇ ਨਕਸ਼ੇ ਪਾਸ ਕਰਦੇ ਹਾਂ ਜਾਂ ਅਸੀਂ ਕੋਈ ਇਸੇ ਤਰੀਕੇ ਨਾਲ ਕੋਈ ਡਿਵੈਲਪਮੈਂਟ ਕਰਦੇ ਹਾਂ, ਤਾਂ ਸਾਡੀ ਪ੍ਰਾਇਮਰੀ ਡਿਊਟੀ ਹੈ ਕਿ ਜਿਹੜਾ ਮਹਿਕਮੇ ਦੇ ਅੰਡਰ ਏਰੀਆ ਹੈ ਉਹਦੇ ਵਿੱਚ ਕੋਈ ਵੀ ਸੂਓ ਮੋਟੋ ਆਪਣੇ ਪੱਧਰ ਦੇ ਉੱਤੇ ਵੀ ਜਿਹੜੀ ਹੈ ਕੋਈ ਡਿਵੈਲਪਮੈਂਟ ਹੋ ਰਹੀ ਹੈ, ਸਾਨੂੰ ਜਾ ਕੇ ਪਤਾ ਕਰਨਾ ਬਣਦਾ ਹੈ ਕਿ ਇਹ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ ਬਿਨਾਂ ਨਕਸ਼ੇ ਤੋਂ ਤਾਂ ਨਹੀਂ ਹੋ ਰਹੀ, ਕਿਤੇ ਨਕਸ਼ਾ ਪਾਸ ਕਰਾਇਆ, ਨਕਸ਼ੇ ਦੀ ਵਾਇਓਲੇਸ਼ਨ ਤਾਂ ਨਹੀਂ ਹੋ ਰਹੀ। ਸੋ ਸਾਡੇ ਸਟਾਫ ਦੀ ਪ੍ਰਾਇਮਰੀ ਡਿਊਟੀ ਹੈ ਆਪਣੇ ਪੱਧਰ ਤੇ ਵੀ ਜਾ ਕੇ ਆਪਣੇ ਏਰੀਆ ਚੈੱਕ ਕਰਨਾ। ਪਿੱਛੇ ਜੋ ਹੋ ਗਿਆ ਅੱਗੇ ਇਹਨੂੰ ਘਾਲੇ ਦੇ ਵਿੱਚ ਅਸੀਂ ਬਿਲਕੁਲ ਇਨਸ਼ੋਰ ਕਰਾਂਗੇ, ਸਾਡੇ ਸੀਏ ਸਾਹਿਬ ਦੇ ਬੜੇ ਸਖਤ ਹੁਕਮ ਨੇ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈ ਇਲੀਗਲ ਜਿਹੜੀ ਕੰਸਟਰਕਸ਼ਨ ਹੈ ਜਾਂ ਇਲੀਗਲ ਡਿਵੈਲਪਮੈਂਟ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਡੈਫੀਨਿਟਲੀ ਕੰਮ ਕਰਾਂਗੇ। ਇਹਦੇ ਵਿੱਚ ਮੈਂ ਵੀ ਦੱਸਾਂਗਾ ਕਿ ਸਾਡੇ ਕੋਲ ਜਿਹੜੀਆਂ ਹੁਣ ਜਿਹੜੀ ਲੇਟੈਸਟ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਹੈਗੀਆਂ ਨੇ ਉਹਦੇ ਵਿੱਚ ਪਾਵਰਾਂ ਦਿੱਤੀਆਂ ਨੇ। ਕੁਝ ਪਾਵਰਾਂ ਜਿਹੜੀਆਂ ਸਾਡੇ ਕੋਲ ਜਿਹੜੀਆਂ ਸਾਡੇ ਤੋਂ ਪਾਵਰਾਂ ਜਿਹੜੀਆਂ ਲੈ ਕੇ ਉਹ ਏਡੀਸੀ ਅਰਬਨ ਡਿਵੈਲਪਮੈਂਟ ਦੇ ਕੋਲ ਨੇ। ਜਿਵੇਂ ਕੋਈ ਵੀ ਇਲੀਗਲ ਡਿਵੈਲਪਮੈਂਟ ਹੈਗੀ ਆ, ਇਲੀਗਲ ਕਾਲੋਨੀ ਡਿਵੈਲਪ ਹੋ ਰਹੀ ਆ, ਉਹਨਾਂ ਨੂੰ ਡੈਮੋਲੀਸ਼ਨ ਦੀਆਂ ਪਾਵਰਾਂ ਜਿਹੜੀਆਂ ਨੇ ਉਹ ਏਡੀਸੀ ਅਰਬਨ ਡਿਵੈਲਪਮੈਂਟ ਨੂੰ ਦਿੱਤੀਆਂ ਗਈਆਂ ਨੇ। ਤਾਂ ਅਸੀਂ FIR ਜਿਹੜੀਆਂ ਪਾਵਰਾਂ ਸਾਡੇ ਕੋਲ ਜਿਹੜੀਆਂ ਪੈਰਲਲ ਦੇ ਵਿੱਚ ਹੈਗੀਆਂ ਨੇ FIR ਦੀਆਂ ਪਾਵਰਾਂ, ਲੇਕਿਨ ਡੈਮੋਲੀਸ਼ਨ ਦੀਆਂ ਪਾਵਰਾਂ ਏਡੀਸੀ ਅਰਬਨ ਡਿਵੈਲਪਮੈਂਟ ਕੋਲ ਨੇ। ਉਹ ਫਿਰ ਅਸੀਂ ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, बने रहो जनहितैषी। धन्यवाद। जनहितैषी TRP नहीं खरीदते, भरोसा जीतते हैं हम।